देश दुनिया की हर वड्डी खबर के लिए हुणे डाउनलोड करो नंबर 1 न्यूज़ ऐप दैनिक सवेरा टाइम्स। ਅਕਸਰ ਆਏ ਦਿਨ ਸਾਨੂੰ ਇਦਾਂ ਦੀ ਕੋਈ ਨਾ ਕੋਈ ਖਬਰ ਸੁਣਦੀ ਰਹਿੰਦੀ ਹੈ ਕਿ ਇੱਕ ਜ਼ਿਲ੍ਹੇ ਦੇ ਵਿੱਚ ਇੱਕ ਧੀ ਨੇ ਆਪਣੇ ਮਾਪਿਓ ਦਾ ਨਾਮ ਰੌਸ਼ਨ ਕੀਤਾ। ਪਰ ਅੱਜ ਦੀ ਖਬਰ ਖਾਸ ਇਹ ਹੈ ਕਿ ਜਲੰਧਰ ਸ਼ਹਿਰ ਦੇ ਵਿੱਚੋਂ 3 ਧੀਆਂ ਨੇ ਆਪਣੇ ਘਰਦਿਆਂ ਹੀ ਨਹੀਂ ਬਲਕਿ ਪੂਰੇ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਹੈ। ਸੈਂਬੋ ਖੇਡ ਦੇ ਵਿੱਚ 골ਡ ਮੈਡਲ ਪਾ ਕੇ ਨੈਸ਼ਨਲ 골ਡ ਮੈਡਲ ਪਾਇਆ ਹੈ। ਸਭ ਤੋਂ ਪਹਿਲਾਂ ਤੇ ਗੱਲਬਾਤ ਕਰਦੇ ਹਾਂ, ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਕਿਰਨਦੀਪ ਹੈ। ਕਿੱਥੇ ਦੇ ਰਹਿਣ ਵਾਲੇ? ਮੈਂ ਪ੍ਰਾਗਪੁਰ ਜਲੰਧਰ ਦੀ ਰਹਿਣ ਵਾਲੀ ਹਾਂ। ਤੁਹਾਡਾ ਕੀ ਨਾਮ? ਮੇਰਾ ਨਾਮ ਪ੍ਰਿਆ ਹੈ, ਮੈਂ ਜਲੰਧਰ ਕੈਂਟ ਦੀ ਰਹਿਣ ਵਾਲੀ ਹਾਂ। ਮੇਰਾ ਨਾਮ ਪਲਵੀ ਹੈ, ਮੈਂ ਚਗੀਟੀ ਪਿੰਡ ਦੀ ਰਹਿਣ ਵਾਲੀ ਹਾਂ। ਸੋ ਸਭ ਤੋਂ ਪਹਿਲਾ ਸਵਾਲ ਇਹੀ ਰਹੇਗਾ ਕਿ ਸੈਂਬੋ ਕੀ ਖੇਡ ਹੈ, ਕਿਸ ਤਰ੍ਹਾਂ ਦੀ ਖੇਡ ਹੈ ਤੇ ਕਿਸ ਤਰੀਕੇ ਦੇ ਨਾਲ ਇਸ ਦੇ ਵਿੱਚ ਤੁਹਾਡਾ ਇੰਟਰਸਟ ਜਾਗਿਆ? ਸੈਂਬੋ ਇੱਕ ਮਿਕਸ ਗੇਮ ਹੈ। ਇਹਦੇ ਵਿੱਚ ਮਾਰਸ਼ਲ ਆਰਟ, ਜੂਡੋ, ਕਰਾਟੇ ਸਾਰਾ ਕੁਝ ਇਹਦੇ ਵਿੱਚ ਮਿਕਸ ਹੈ। ਇਹ ਸਾਰੀਆਂ ਗੇਮਾਂ ਨੂੰ ਮਿਲਾ ਕੇ ਨਾ ਗੇਮ ਬਣੀ ਆ। ਤੇ ਜਿੱਦਾਂ ਕਿ ਜੂਡੋ 'ਚ ਅਸੀਂ ਮਤਲਬ ਬਾਕਸਿੰਗ ਵਗੈਰਾ ਨਹੀਂ ਯੂਜ਼ ਕਰ ਸਕਦੇ, ਉਹਦੀ ਜਿਹੜੀ ਸੈਂਬੋ ਗੇਮ ਉਹਦੇ ਵਿੱਚ ਅਸੀਂ ਪੰਚ ਵੀ ਮਾਰ ਸਕਦੇ ਹਾਂ, ਕਿੱਕ ਵੀ ਕਰ ਸਕਦੇ ਹਾਂ। ਸੋ ਇੱਕ ਨਿਡਰ ਦੀ ਹੀ ਨਹੀਂ ਬਲਕਿ ਇੱਕ ਕਹਿ ਲਓ ਵੀ ਵਾਰੀਅਰ ਦੀ ਗੇਮ ਹੈ ਨਾ। ਕਿਸ ਤਰੀਕੇ ਦੇ ਨਾਲ ਇੰਟਰਸਟ ਜਾਗਿਆ, ਕਿਸ ਤਰੀਕੇ ਦੇ ਨਾਲ ਇਹਨੂੰ ਕੰਟੀਨਿਊ ਕੀਤਾ? ਕਿ ਸ਼ੁਰੂ ਤੋਂ ਹੀ ਘਰ ਦੇ ਵੀ ਚਾਹੁੰਦੇ ਸੀਗੇ ਕਿ ਆਪਾਂ ਸੈਂਬੋ ਦੇ ਵਿੱਚ ਹੀ ਇੱਕ ਪਲੇਅਰ ਬਣੀਏ? ਨਹੀਂ, ਜਦੋਂ ਮੈਂ ਕਾਲਜ 'ਚ ਸਟਾਰਟ ਕੀਤਾ ਤਾਂ ਮੈਂ ਉੱਥੇ ਕਈ ਕੁੜੀਆਂ ਨੂੰ ਮਤਲਬ ਖੇਡਦੇ ਦੇਖਿਆ, ਫਿਰ ਉਹਨਾਂ ਨੂੰ ਦੇਖ ਕੇ ਮੇਰਾ ਇੰਟਰਸਟ ਬਣਿਆ। ਨਹੀਂ ਤਾਂ ਸਕੂਲ 'ਚ ਮੈਨੂੰ ਵੈਸੇ ਸ਼ੁਰੂ ਤੋਂ ਹੀ ਸ਼ੌਂਕ ਸੀ, ਬਟ ਜਿਸ ਸਕੂਲ 'ਚ ਮੈਂ ਪੜ੍ਹਦੀ ਸੀ ਉੱਥੇ ਕੋਈ ਵੀ ਗੇਮ ਨਹੀਂ ਸੀਗੀ। ਕਿਹੜੇ ਸਕੂਲ ਪੜ੍ਹਦੇ? ਮੈਂ ਇੱਥੇ ਕੈਂਟ ਹੀ ਪੜ੍ਹਦੀ ਸੀ, ਗੁਰੂ ਨਾਨਕ ਕੰਨਿਆ। ਠੀਕ ਹੈ, ਤੇ ਕਿਹੜੇ ਕਾਲਜ ਪੜ੍ਹਦੇ ਹੋ? ਲਾਇਲਪੁਰ ਖਾਲਸਾ ਕਾਲਜ ਫॉर ਵੂਮੈਨ। ਤੇ ਤੁਸੀਂ ਕਿਹੜੇ ਕਾਲਜ 'ਚ ਪੜ੍ਹਦੇ ਹੋ ਤੇ ਕਿਹੜੇ ਸਕੂਲ 'ਚ ਪੜ੍ਹਦੇ ਸੀਗੇ ਤੇ ਕਿਸ ਤਰੀਕੇ ਨਾਲ ਤੁਹਾਡਾ ਇੰਟਰਸਟ ਜਾਗਿਆ ਸੈਂਬੋ ਦੇ ਵਿੱਚ? ਠੀਕ ਹੈ, ਮੈਂ ਐਨਸੀ ਮਾਡਲ ਦੇ ਵਿੱਚ ਸਕੂਲਿੰਗ ਕੀਤੀ ਆਪਣੀ, ਤਾਂ ਲਾਇਲਪੁਰ ਖਾਲਸਾ ਕਾਲਜ ਫॉर ਵੂਮਨ ਵਿੱਚ ਮੈਂ ਬੀਏ ਕਰਦੀ ਹਾਂ। ਤਾਂ ਇੰਟਰਸਟ ਮੇਰਾ ਐਕਚੁਅਲੀ ਬੀਏ ਦੇ ਵਿੱਚ ਸਟਾਰਟਿੰਗ ਦੇ ਵਿੱਚ ਪੈ ਗਿਆ ਸੀ। ਐਕਚੁਅਲੀ ਮੇਰੀ ਫਰੈਂਡ ਕਰਦੀ ਸੀ ਤਾਂ ਉਹਨੇ ਮੈਨੂੰ ਕਿਹਾ ਕਿ ਤੂੰ ਵੀ ਕਰ, ਤਾਂ ਫਿਰ ਮੇਰਾ ਇੰਟਰਸਟ ਪੈਦਾ ਹੋ ਗਿਆ ਕਿ ਮੈਂ ਵੀ ਗੇਮ ਕਰਨੀ ਆ। ਸਟਾਰਟਿੰਗ 'ਚ ਮੇਰਾ ਸਪੋਰਟਸ ਵਿੱਚ ਸੀਗਾ ਇੰਟਰਸਟ, ਤਾਂ ਫਿਰ ਮੈਂ ਸਟਾਰਟਿੰਗ ਪਹਿਲਾਂ ਬਾਸਕਟਬਾਲ ਕੀਤੀ ਸੀ, ਫਿਰ ਉਸ ਤੋਂ ਬਾਅਦ ਮੇਰਾ ਜੂਡੋ ਵਿੱਚ ਇੰਟਰਸਟ ਪੈ ਗਿਆ ਸੀ ਦੇਖ ਕੇ ਸਾਰਿਆਂ ਨੂੰ ਕਿ ਵਧੀਆ ਲੱਗਦਾ ਵਾ, ਕਰਦੇ ਆਪਾਂ ਕਿਸੇ ਨੂੰ ਥਰੋ ਵਗੈਰਾ, ਤਾਂ ਇਸ ਕਰਕੇ ਮੇਰਾ ਇੰਟਰਸਟ ਪੈ ਗਿਆ ਸੀਗਾ, ਫਿਰ ਮੈਂ ਸਟਾਰਟ ਕਰ ਦਿੱਤੀ ਸੀ। ਹਾਂਜੀ, ਤੇ ਤੁਸੀਂ ਵੀ ਦੱਸੋ ਬੱਚੇ ਵੀ ਤੁਹਾਡਾ ਇੰਟਰਸਟ ਕਿਸ ਤਰੀਕੇ ਨਾਲ ਜਾਗਿਆ? ਜਿੱਦਾਂ ਕਿ ਇਹਨਾਂ ਨੇ ਦੱਸਿਆ ਕਿ ਇਹ ਕਾਲਜ ਤੋਂ ਇਹਨਾਂ ਨੇ ਸ਼ੁਰੂ ਕੀਤਾ, ਤੁਸੀਂ ਸਕੂਲ ਟਾਈਮ ਤੋਂ ਕਰ ਰਹੇ ਹੋ, ਕਿਹੜੇ ਸਕੂਲ ਪੜ੍ਹਦੇ ਸੀਗੇ? ਮੈਂ ਲਾਡੋ ਵਾਲੀ ਕੰਨਿਆ ਹਾਈ ਸੀਨੀਅਰ ਸੈਕੰਡਰੀ ਸਕੂਲ ਪੜ੍ਹਦੀ ਸੀ। ਹੁਣ ਮੈਂ ਲਾਇਲਪੁਰ ਖਾਲਸਾ ਫॉर ਵੂਮਨ 'ਚ ਐਡਮਿਸ਼ਨ ਲਿੱਤੀ ਹੈ, BA 6M ਲਾਸਟ ਈਅਰ ਹੈ। ਮੇਰਾ ਸਕੂਲ ਟਾਈਮ ਤੋਂ ਇੰਟਰਸਟ ਸੀਗਾ ਗੇਮ 'ਚ। ਮੈਂ ਚਾਹੁੰਦੀ ਸੀ ਮੈਂ ਗੇਮ ਕਰਾਂ, ਵਧੀਆ ਕੁਝ ਕਰਾਂ, ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰਾਂ, ਇਸ ਲਈ ਮੈਂ ਗੇਮ ਨੂੰ ਸਿਲੈਕਟ ਕੀਤਾ ਸੀ। ਮੇਰੇ ਪਾਪਾ ਸੀ ਨਾ ਜੋ, ਉਹ ਕਹਿੰਦੇ ਸੀਗੇ ਤੂੰ ਗੇਮ ਵਿੱਚ ਜਾ, ਟਰਾਇਲ ਦੇ, ਵਧੀਆ ਕਰ, ਕੰਪੀਟੀਸ਼ਨ ਲੜ। ਜੋ ਮੇਰੇ ਪਾਪਾ ਸੀ ਉਹ ਬਹੁਤ ਚਾਹੁੰਦੇ ਸੀ ਮੈਂ ਗੇਮ ਕਰਾਂ, ਇਸ ਲਈ ਮੇਰੇ ਪਾਪਾ ਦੇ ਕਾਰਨ ਮੈਂ ਇੱਥੇ ਤੱਕ ਪਹੁੰਚ ਪਾਈ ਹਾਂ। ਮੇਰੇ ਪਾਪਾ ਨੇ ਬਹੁਤ ਜ਼ੋਰ ਲਗਾਇਆ ਮੈਨੂੰ ਜਾਣ ਲਈ, ਇਸ ਲਈ ਮੈਂ ਗੇਮ 'ਚ ਇੰਟਰਸਟ ਲਿਆ ਸੀ। ਜਦੋਂ ਪਹਿਲੀ ਵਾਰ ਸੈਂਬੋ ਕੀਤਾ ਉਦੋਂ ਕੀ ਸੋਚ ਕੇ ਕੀਤਾ ਸੀਗਾ? ਕੀ ਕਲਾਸਿਸ ਤੋਂ ਬੰਕ ਮਾਰਨ ਲਈ ਕੀਤਾ ਸੀਗਾ ਕਿ ਵਾਕਈ ਹੀ ਇੰਟਰਸਟ ਸੀਗਾ ਉਸ ਦੇ ਵਿੱਚ? ਨਹੀਂ, ਇੰਟਰਸਟ ਵੀ ਸੀ ਬਟ ਦੂਸਰੇ ਦੇਸ਼ 'ਚ ਜਾਣਾ ਸੀ, ਸੋਚਿਆ ਸੀ ਚਲੋ ਜਾ ਕੇ ਇੰਜੋਏ ਕਰਾਂਗੇ, ਖੇਡ ਮਸਤੀ ਕਰਾਂਗੇ। ਖੇਡਣ ਲਈ ਵੀ ਗਏ ਸੀਗੇ, ਮਨ 'ਚ ਹੈ ਸੀ ਜਿੱਤ ਕੇ ਹੀ ਆਉਣਾ, ਜੋ ਮਰਜ਼ੀ ਹੋ ਜਾਵੇ, ਆਪਣੇ ਮਾਪਿਓ ਦਾ ਨਾਮ ਰੋਸ਼ਨ ਕਰਨਾ ਹੀ ਹੈ। ਸੋ ਆਪਣੀ ਜ਼ਿੰਦਗੀ ਦਾ ਇੱਕ ਸਪੋਰਟਸਮੈਨ ਦੇ ਨਾਤੇ ਪਹਿਲਾ ਮੈਚ ਕਿਸੇ ਨੂੰ ਨਹੀਂ ਭੁੱਲਦਾ ਜਦੋਂ ਆਫੀਸ਼ੀਅਲੀ ਕਿਤੇ ਜਾਂਦੇ ਆ, ਤੇ ਪਹਿਲੇ ਮੈਚ ਦੇ ਵਿੱਚ ਕਿੱਦਾਂ ਦੀ ਪਰਫਾਰਮੈਂਸ ਸੀਗੀ ਤੁਹਾਡੇ ਤਿੰਨਾਂ ਤੋਂ ਪੁੱਛਦਾ ਮੈਂ, ਸਵਾਲ ਇਹੀ ਹੈ। ਸਭ ਤੋਂ ਪਹਿਲਾਂ ਤੁਸੀਂ ਦੱਸੋ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਐਂਟਰ ਕੀਤਾ, ਕਿਸ ਤਰੀਕੇ ਦੇ ਨਾਲ ਉੱਥੋਂ ਕੀ ਵਿਨ ਕਰਕੇ ਨਿਕਲੇ ਜਾਂ ਲੂਜ਼ ਕਰਕੇ ਨਿਕਲੇ? ਜਦੋਂ ਮੈਂ ਫਸਟ ਵਾਰੀ ਗਈ ਸੀ ਮੇਰਾ ਇੰਟਰਸਟ ਇੰਨਾ ਨਹੀਂ ਸੀ, ਕਿਉਂਕਿ ਉੱਥੇ ਬੱਚੇ ਸੀ ਨਾ, ਉਹ ਕਹਿੰਦੇ ਸੀ ਗੇਮ ਕਿਸੇ ਨੇ ਕਰਨੀ ਤਾਂ ਨਾਮ ਲਿਖਾ ਦਿਓ। ਫਿਰ ਮੈਂ ਨਾਮ ਲਿਖਾਇਆ ਸੀਗਾ, ਫਿਰ ਮੈਂ ਗਈ ਸੀ ਤੇ ਡਿਸਟ੍ਰਿਕਟ ਸੀਗਾ, ਡਿਸਟ੍ਰਿਕਟ 'ਚ ਮੇਰਾ ਬ੍ਰੌਂਜ਼ ਮੈਡਲ, ਮੈਂ ਹਾਰ ਗਈ ਸੀਗੀ ਤੇ ਲਾਸਟ ਫਾਈਟ ਮੈਂ ਜਿੱਤੀ ਸੀ, ਫਿਰ ਮੇਰਾ ਬ੍ਰੌਂਜ਼ ਮੈਡਲ ਆਇਆ ਸੀ, 3rd ਆਈ ਸੀ ਮੈਂ। ਸੋ ਇਹੀ ਸਵਾਲ ਤੁਹਾਡੇ ਨਾਲ ਵੀ ਹੈ ਕਿ ਕਿਸ ਤਰੀਕੇ ਦੇ ਨਾਲ ਤੁਹਾਡਾ ਪਹਿਲਾ ਮੈਚ ਰਿਹਾ, ਕੀ ਯਾਦਾਂ ਜੁੜੀਆਂ ਹੋਈਆਂ? ਮੇਰਾ ਪਹਿਲਾ ਮੈਚ ਡਿਸਟ੍ਰਿਕਟ ਵਿੱਚ ਹੋਇਆ ਸੀਗਾ, ਮੈਂ ਡਿਸਟ੍ਰਿਕਟ ਖੇਡਣ ਗਈ ਸੀ, ਤਾਂ ਉਹਦੇ ਵਿੱਚ ਫਸਟ ਫਾਈਟ ਤਾਂ ਮੈਂ ਵਿਨ ਕੀਤੀ ਸੀ, ਸੈਕਿੰਡ ਵਿੱਚ ਮੈਂ ਹਾਰ ਗਈ ਸੀਗੀ, ਤਾਂ ਫਿਰ ਮੇਰਾ ਬ੍ਰੌਂਜ਼ ਆਇਆ ਸੀਗਾ ਡਿਸਟ੍ਰਿਕਟ ਵਿੱਚ ਫਸਟ ਫਾਈਟ 'ਚ। ਤੇ ਤੁਸੀਂ ਵੀ ਦੱਸੋ ਬੱਚੇ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਜਦੋਂ ਆਪਣੇ ਪਹਿਲੇ ਮੈਚ ਦੇ ਵਿੱਚ ਐਂਟਰ ਹੋਏ, ਕੀ ਸੋਚ ਕੇ ਐਂਟਰ ਕੀਤਾ ਸੀਗਾ ਕਿ ਵਾਕਈ ਇਹ ਗੱਲ ਸੱਚ ਹੈ ਕਿ ਆਪਾਂ ਕਲਾਸਿਸ ਤੋਂ ਬਚਣ ਲਈ ਨਹੀਂ ਗਏ ਸੀਗੇ?
ਮਤਲਬ ਇੱਦਾਂ ਸਾਰੇ ਬੱਚੇ ਇੱਦਾਂ ਵੀ ਕਹਿੰਦੇ ਹੁੰਦੇ ਸੀ ਕਿ ਯਾਰ ਕੋਈ ਨਹੀਂ ਨਾ ਵੀ ਲੈਕਚਰ ਲਾਵਾਂਗੇ ਅਟੈਂਡੈਂਸ ਮਿਲ ਜਾਣੀ ਬਟ ਫਿਰ ਇੱਦਾਂ ਇੰਟਰਸਟ ਬਟ ਸਟੱਡੀ ਨੂੰ ਵੀ ਅਸੀਂ ਨਾਲ ਕਰਦੇ ਹਾਂ। ਹਾਂਜੀ, ਤੇ ਜਦੋਂ ਫਸਟ ਟਾਈਮ ਮੈਂ ਗਈ ਸੀ ਤਾਂ ਮੈਨੂੰ ਬਹੁਤ ਡਰ ਲੱਗਦਾ ਸੀ ਕਿ ਯਾਰ ਮੈਂ ਕਿੱਦਾਂ ਕਰੂੰਗੀ ਇੱਦਾਂ। ਤੇ ਜਿੱਦਾਂ ਹੋਰ ਵੀ ਕਾਫੀ ਬੱਚੇ ਆਏ ਸੀ ਮੈਨੂੰ ਇੱਦਾਂ ਵੀ ਲੱਗਦਾ ਸੀ ਯਾਰ ਪਤਾ ਨਹੀਂ ਮੇਰੀ ਕਿਹੜੀ ਕੁੜੀ ਨਾਲ ਇੱਦਾਂ ਹੋਊਗਾ, ਮਤਲਬ ਦਿਲ 'ਚ ਇੱਦਾਂ ਹੋ ਰਿਹਾ ਸੀ ਪਤਾ ਨਹੀਂ ਕਿਸ ਕੁੜੀ ਨਾਲ ਮੇਰੀ ਫਾਈਟ ਹੋਣੀ। ਬਟ ਫਿਰ ਵੀ ਮੈਂ ਕੋਸ਼ਿਸ਼ ਕੀਤੀ, ਮਤਲਬ ਉਹਨੇ ਮੈਨੂੰ ਜਿੱਦਾਂ ਉਹ ਕਰ ਲਿਆ ਸੀ ਨੀਚੇ ਹੋਲਡ ਲਗਾਤਾ ਸੀ ਬਟ ਫਿਰ ਮੈਂ ਉੱਠਣ ਦੀ ਕੋਸ਼ਿਸ਼ ਕੀਤੀ ਤਾਂ ਮੈਂ ਉੱਠ ਗਈ ਸੀ। ਤੇ ਜੇ ਹੁਣ ਅਸੀਂ ਗੱਲ ਕਰੀਏ ਇਸ ਚੀਜ਼ ਦੀ ਕਿ ਕਿੰਨੀ ਵਾਰ ਮੂੰਹ ਸਜਾ ਕੇ ਆਏ ਆ ਆਪਣਾ, ਜਾਂ ਕਿੰਨੀ ਵਾਰ ਅਸੀਂ ਆਪਣੇ ਗੋਡੇ ਗਿੱਟੇ ਭਣਾਏ ਨੇ ਜਿਸ ਤੋਂ ਬਾਅਦ ਕਿ ਘਰਦਿਆਂ ਤੋਂ ਡਾਂਟ ਪਈ ਹੋਵੇ ਕਿ ਇਹ ਗੇਮ ਇਸ ਕਰਕੇ ਨਹੀਂ ਆਪਾਂ ਖਿਡਾਈ ਕਿ ਆਪਣਾ ਸਰੀਰ ਖਰਾਬ ਕਰੋ, ਤੇ ਉਸ ਦਾ ਕਿਸ ਤਰੀਕੇ ਦੇ ਨਾਲ ਤੁਸੀਂ ਟੈਕਲ ਕੀਤਾ? ਪਹਿਲਾਂ ਤੁਸੀਂ ਜਵਾਬ। ਮੇਰਾ ਹੁਣੀ ਮੇਰੇ ਗੋਡੇ ਤੇ ਸੱਟ ਲੱਗੀ ਆ ਕਿ ਨੈਸ਼ਨਲ ਦੇ ਵਿੱਚ ਐਕਚੁਅਲੀ ਉਹ ਕੁੜੀ ਨੇ ਮੈਨੂੰ ਹੋਲਡ ਲਗਾ ਲਿਆ ਸੀਗਾ ਤਾਂ ਉਹ ਮੇਰੇ ਪੂਰਾ ਭਾਰ ਮੇਰੇ ਨੀਸ ਤੇ ਪੈ ਗਿਆ ਸੀ, ਫਿਰ ਇਸ ਕਰਕੇ ਮੇਰੇ ਸੱਟ ਲੱਗ ਗਈ ਸੀ। ਪਰ ਮੇਰੇ ਘਰਦਿਆਂ ਨੇ ਨਹੀਂ ਕੁਝ ਕਿਹਾ ਮੈਨੂੰ, ਉਹ ਕਹਿੰਦੇ ਬਸ ਜਿੱਤ ਗਈ ਆ ਇੰਨਾ ਹੀ ਬਹੁਤ ਆ। ਤੇ ਤੁਸੀਂ ਵੀ ਦੱਸੋ ਕਿ ਕਿਸ ਤਰੀਕੇ ਦੇ ਨਾਲ ਅੱਜ ਤੱਕ ਸਭ ਤੋਂ ਮੇਜਰ ਇੰਜਰੀ ਕੀ ਹੋਈ ਹੈ ਇਸ ਸਪੋਰਟ ਦੇ ਵਿੱਚ ਤੁਹਾਨੂੰ? ਜਦੋਂ ਮਤਲਬ ਮੈਨੂੰ ਇੱਕ ਕੁੜੀ ਨੇ ਥਰੋ ਕੀਤੀ ਸੀ ਤਾਂ ਮਤਲਬ ਮੇਰੇ ਸਿਰ ਇੰਨੀ ਜ਼ੋਰ ਕੇ ਨੀਚੇ ਲੱਗਾ ਸੀ ਤਾਂ ਕਿੰਨਾ ਹੀ ਟਾਈਮ ਦਰਦ ਕਰਦਾ ਰਿਹਾ। ਫਿਰ ਇੱਦਾਂ ਥੋੜਾ ਬਹੁਤਾ ਘਰਦਿਆਂ ਨੇ ਕਿਹਾ ਕਿ ਧਿਆਨ ਨਾਲ ਕਰਿਆ ਕਰੋ, ਬਸ ਇੱਦਾਂ ਗੇਮ ਕਰਨ ਤੋਂ ਨਹੀਂ ਮਨਾ ਕਰਿਆ। ਗੇਮ ਕਰਨ ਤੋਂ ਕਦੇ ਨਹੀਂ ਮਨਾ ਕਰਿਆ। ਤੇ ਤੁਸੀਂ ਵੀ ਦੱਸੋ ਵੀ ਕੀ ਅੱਜ ਤੱਕ ਪੰਚ ਨਾਲ, ਕਿੱਕ ਨਾਲ ਜਾਂ ਥਰੋ ਦੇ ਨਾਲ ਨੀਲ ਪਏ ਹੈ ਬੋਡੀ ਤੇ, ਮੂੰਹ ਤੇ? ਹਾਂਜੀ, ਮੇਰੇ ਨੀਲ ਬਹੁਤ ਪਏ ਆ। ਸਭ ਤੋਂ ਮੇਜਰ ਇੰਜਰੀ ਕੀ ਸੀ? ਮੇਰੇ ਨਾ ਪੈਰ ਤੇ ਲੱਗ ਗਈ ਸੀਗੀ ਸੱਟ, ਉਹਦੇ ਨਾਲ ਨਾ ਜਦੋਂ ਪੈਰ ਥੋੜਾ ਮੁੜਦਾ ਸੀ ਉਹਦੇ ਵਿੱਚ ਫਿਰ ਦਰਦ ਹੁੰਦੀ ਸੀਗੀ। ਬਟ ਮੈਂ ਆਪਣੇ ਪਾਪਾ ਨੂੰ ਕਹਿੰਦੀ ਸੀ ਮੇਰੇ ਚੋਟ ਲੱਗ ਗਈ ਆ, ਪਰ ਪਾਪਾ ਕਹਿੰਦੇ ਕੋਈ ਗੱਲ ਨਹੀਂ ਚੋਟ ਲੱਗੀ ਆ, ਗੇਮ ਫਿਰ ਵੀ ਕੰਟੀਨਿਊ ਕਰਨੀ ਆ। ਉਹ ਕਹਿੰਦੇ ਸੱਟਾਂ ਸੁੱਟਾਂ ਲੱਗਦੀਆਂ ਰਹਿੰਦੀਆਂ, ਤੁਸੀਂ ਗੇਮ ਕਰਨੀ ਹੀ ਕਰਨੀ ਆ। ਸੋ ਮਤਲਬ ਘਰਦਿਆਂ ਵੱਲੋਂ ਹਮੇਸ਼ਾ ਫੁੱਲ ਸਪੋਰਟ ਰਹੀ ਹੈ ਤਿੰਨਾਂ ਕੁੜੀਆਂ ਨੂੰ। ਸੋ ਇਸੀ ਗੱਲ ਨੂੰ ਅਸੀਂ ਕੰਟੀਨਿਊ ਕਰਦਿਆਂ ਹੋਏ ਇੱਕ ਗੱਲ ਮੇਰੇ ਜ਼ਿਹਨ 'ਚ ਆ ਰਹੀ ਹੈ ਕਿ ਘਰਦਿਆਂ ਵੱਲੋਂ ਨੰਬਰਾਂ ਦਾ ਕਿੰਨਾ ਕੁ ਪ੍ਰੈਸ਼ਰ ਰਿਹਾ ਹੈ ਅੱਜ ਤੱਕ, ਕਿਉਂਕਿ ਕੋਈ ਵੀ ਪੇਰੈਂਟਸ ਇਹ ਨਹੀਂ ਚਾਹੁੰਦੇ ਕਿ ਮੇਰਾ ਬੱਚਾ ਪੜ੍ਹਨ ਲਿਖਣ ਦੇ ਵਿੱਚ ਪਿੱਛੇ ਰਹਿ ਜੇ। ਤੇ ਕਿੰਨਾ ਕੁ ਪ੍ਰੈਸ਼ਰ ਰਿਹਾ ਵੀ ਨੰਬਰ ਜ਼ਿਆਦਾ ਆਉਣੇ ਚਾਹੀਦੇ ਆ, ਸਿਰਫ ਪਾਸਿੰਗ ਮਾਰਕਸ ਨਹੀਂ ਚਾਹੀਦੇ, ਫੇਲ ਨਹੀਂ ਹੋਣਾ ਚਾਹੀਦਾ, ਸਪਲੀ ਨਹੀਂ ਆਉਣੀ ਚਾਹੀਦੀ? ਕਿੰਨੀ ਵਾਰ ਇਦਾਂ ਹੋਇਆ? ਇੱਦਾਂ ਹਰ ਵਾਰੀ ਹੁੰਦਾ। ਵੈਸੇ ਅਸੀਂ ਮਤਲਬ ਗੇਮ ਦੇ ਨਾਲ ਪੜ੍ਹਾਈ ਵੀ ਕਰਦੇ ਹਾਂ, ਜਦੋਂ ਕਿ ਪਤਾ ਕਿ ਪੇਪਰ ਆਣੇ ਆ ਹੁਣ ਤਾਂ ਫਿਰ ਪੜ੍ਹਨਾ ਹੀ ਪੈਣਾ, ਫਿਰ ਪੜ੍ਹਦੇ ਵੀ ਆ, ਨੰਬਰ ਵੀ ਵਧੀਆ ਆ ਜਾਂਦੇ ਆ। ਨੰਬਰ ਵਧੀਆ ਆ ਜਾਂਦੇ ਆ। ਕੀ ਸਪੋਰਟਸ ਕੋਟਾ ਉੱਥੇ ਤੁਹਾਨੂੰ ਥੋੜਾ ਬਹੁਤ ਫਾਇਦਾ ਦਿੰਦਾ ਹੈ ਕਿ ਨਹੀਂ ਦਿੰਦਾ? ਦਿੰਦਾ ਆ, ਹਾਂਜੀ ਬਹੁਤ ਫਾਇਦਾ ਆ। ਤੇ ਤੁਸੀਂ ਵੀ ਦੱਸੋ ਕਿ ਇਹ ਘਰਦਿਆਂ ਦੇ ਵਿੱਚੋਂ ਕੌਣ ਐਸਾ ਹੈ ਜਿਹੜਾ ਜ਼ਿਆਦਾ ਸਟ੍ਰਿਕਟ ਹੋਵੇ ਇਸ ਮਾਮਲੇ 'ਚ ਕਿ ਨਹੀਂ ਬੇਟੇ ਗੇਮ ਕਰਦੇ ਹੋ ਠੀਕ ਹੈ, ਅੱਛੀ ਗੱਲ ਹੈ, ਬਟ ਨੰਬਰ ਵੀ ਆਉਣੇ ਚਾਹੀਦੇ? ਮੇਰੇ ਤਾਂ ਕੋਈ ਵੀ ਨਹੀਂ ਆ, ਮਤਲਬ ਖੁੱਲੀ ਛੂਟ ਹੈ। ਹਾਂਜੀ, ਮੇਰੇ ਉਹ ਕਹਿੰਦੇ ਪਤਾ ਉਹਨਾਂ ਨੂੰ ਮੈਂ ਪੜ੍ਹ ਲੈਣਾ ਵਾ, ਮੈਨੂੰ ਉਹਨਾਂ ਨੂੰ ਪਤਾ ਮੈਨੂੰ ਮੈਂ ਕਰ ਲੈਣਾ, ਜਿਹੜੀ ਚੀਜ਼ ਕਰਨੀ ਆ ਉਹ ਮੈਂ ਕਰ ਲੈਣੀ ਆ, ਮੈਨੂੰ ਪਤਾ ਮੈਂ ਜਿੱਥੇ ਪੜ੍ਹਨਾ ਉੱਥੇ ਪੜ੍ਹਨਾ, ਜਦੋਂ ਖੇਡਣਾ ਫਿਰ ਖੇਡਣਾ, ਉਹਨਾਂ ਨੂੰ ਪਤਾ ਮੈਂ ਕਰ ਲੈਣਾ। ਤਾਂ ਮੈਨੂੰ ਮੇਰੇ ਮੰਮਾ ਮਾੜੇ ਮਾੜੇ ਆ, ਜ਼ਿਆਦਾ ਨਹੀਂ ਆ। ਮਾੜੇ ਮਾੜੇ ਦੇ ਚੱਕਰ ਦੇ ਵਿੱਚ ਇਹ ਵੀ ਦੱਸ ਦਿੱਤਾ ਜਾਵੇ ਵੀ ਪਰਸੈਂਟੇਜ ਆਪਣੀ ਕੀ ਰਹੀ ਹੈ ਅੱਜ ਤੱਕ? ਵਧੀਆ ਹੀ ਰਹੀ ਹੈ, ਮਤਲਬ ਕਦੀ ਕੈਲਕੂਲੇਟ ਹੀ ਨਹੀਂ ਕੀਤੀ? ਨਹੀਂ ਕੀਤੀ ਹੈ ਵੈਸੇ 70 ਕੁ ਤੱਕ ਤਾਂ ਰਹੀ ਆ। ਕਾਲਜ 'ਚ ਮਤਲਬ ਸਕੂਲ 'ਚ ਤਾਂ ਮਤਲਬ ਉੱਪਰ ਹੀ ਹੁੰਦੀ ਸੀਗੀ 80 ਤੱਕ, ਬਸ ਫਿਰ ਕਾਲਜ 'ਚ ਜਾ ਕੇ ਤਾਂ ਥੋੜੀ ਇੱਦਾਂ ਹੀ ਰਹੀ। ਮਤਲਬ ਜਿੰਨੇ ਪਰਸੈਂਟੇਜ ਦੇ ਵਿੱਚ ਮੁੰਡੇ ਆਪਣੇ ਆਪ ਨੂੰ ਮੈਰਿਟ 'ਚ ਸਮਝਦੇ ਨੇ ਉਹ ਠੀਕ ਹੀ ਰਹੀ ਹੈ ਇਹਨਾਂ ਲਈ। ਤੁਹਾਡੀ ਪਰਸੈਂਟੇਜ ਕੀ ਰਹੀ ਹੈ ਦੋਨਾਂ ਦੀ? ਮੇਰੀ ਤਾਂ ਕਾਲਜ ਲੈਵਲ 'ਚ, ਹਾਂ ਕਾਲਜ ਲੈਵਲ 'ਚ ਮੇਰੀ 70-75% ਤੱਕ ਰਹੀ ਆ। ਮੇਰੀ ਤਾਂ ਘੱਟ ਹੀ, ਮੈਂ ਪੜ੍ਹਨ 'ਚ ਇੰਨੀ ਸਹੀ ਨਹੀਂ, ਮੈਂ ਪੜ੍ਹਦੀ ਬਹੁਤ ਘੱਟ ਆ, ਖੇਡਦੀ ਜ਼ਿਆਦਾ ਆ। ਮੇਰੀ 60% ਹੈ। ਗੱਲ ਉੱਥੇ ਆ ਜਾਂਦੀ ਹੈ ਕਿ 60% ਮੁੰਡੇ ਆਪਣੇ ਆਪ ਨੂੰ ਮੈਰਿਟ 'ਚ ਸਮਝਦੇ ਨੇ, 70% ਤੋਂ ਅਬਵ ਆ ਜਾਣ। ਹੁਣ ਗੱਲ ਕਰਦੇ ਹਾਂ ਇਸ ਮੁੱਦੇ ਦੇ ਉੱਤੇ ਕਿ ਘਰ ਦਾ ਕਿੰਨਾ ਕੁ ਕੰਮ ਅਸੀਂ ਨਾਲ ਕਰਾਉਂਦੇ ਆ, ਕਿੰਨੀਆਂ ਕੁ ਜਿੰਨੇ ਹੋਮ ਕੋਰਸ ਹੁੰਦੇ ਆ ਉਹ ਆਪਾਂ ਕਿੰਨਿਆਂ ਕੁ ਕੰਮਾਂ ਦੇ ਵਿੱਚ ਘਰਦਿਆਂ ਦਾ ਹੱਥ ਵਟਾਉਂਦੇ ਆ, ਕਿਸ ਤਰੀਕੇ ਨਾਲ ਕਰਦੇ ਆ, ਤੇ ਕਿੰਨੀ ਕੁ ਸਪੋਰਟ ਰਹਿੰਦੀ ਹੈ ਘਰਦਿਆਂ ਦੀ ਵੀ ਹਾਂ ਤੁਸੀਂ ਆਹ ਕੰਮ ਵੀ ਕਰਨਾ ਹੈ, ਜਾਂ ਸਿੰਪਲੀ ਤੁਹਾਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਰੈਸਟ ਕਰੋ, ਤੁਸੀਂ ਅੱਜ ਗੇਮ ਕਰਕੇ ਆਏ ਹੋ, ਪ੍ਰੈਕਟਿਸ ਕਰਕੇ ਆਏ ਹੋ? ਮੇਰੇ ਤਾਂ ਮੈਂ ਤਾਂ ਦੇਖੋ ਮੈਂ ਸਵੇਰੇ ਪ੍ਰੈਕਟਿਸ ਤੇ ਜਾਣਾ, ਉਸ ਤੋਂ ਬਾਅਦ ਮੈਂ ਆ ਕੇ ਕੰਮ ਕਰਾਨੀ ਆ ਸਾਰਾ। ਮੰਮਾ ਜੌਬ ਤੇ ਚਲ ਜਾਂਦੇ ਆ, ਫਿਰ ਮੈਂ ਸਾਰਾ ਕੰਮ ਕਰਦੀ ਆ। ਤਾਂ ਵੈਸੇ ਕਦੀ ਕਦੀ ਹੁੰਦਾ ਕਿ ਮੰਮਾ ਕਹਿੰਦੇ ਚੱਲ ਰੈਸਟ ਕਰ ਲਾ, ਬਟ ਜ਼ਿਆਦਾਤਰ ਨਹੀਂ ਕਹਿੰਦੇ ਰੈਸਟ ਕਰਨ ਨੂੰ। ਮੈਂ ਮਾਰਨਿੰਗ ਪ੍ਰੈਕਟਿਸ ਤੇ ਜਾਂਦੀ 6 ਵਜੇ, ਫਿਰ ਆ ਕੇ ਘਰ ਦਾ ਕੰਮ ਕਰਦੀ। ਮਾਰਨਿੰਗ ਜਿਹੜੀ ਡਿਊਟੀ ਆ ਉਹ ਮੇਰੀ ਆ, ਸ਼ਾਮ ਨੂੰ ਮੇਰੀ ਸਿਸਟਰ ਦੀ ਆ। ਮਾਰਨਿੰਗ ਸਾਰਾ ਕੰਮ ਮੈਂ ਹੀ ਕਰਦੀ ਆ। ਮੈਨੂੰ ਤਾਂ ਮੇਰੇ ਘਰ ਦੇ ਕਦੇ ਕਦੇ ਹੀ ਕਹਿੰਦੇ ਕੰਮ ਕਰਨ ਨੂੰ। ਸੋ ਮਤਲਬ ਘਰ ਦੇ ਲਾਡਲੀ ਧੀ ਹੋ ਤੁਸੀਂ? ਮਤਲਬ
ਉੱਦਾਂ ਮੇਰੇ ਮੰਮਾ ਆਪ ਹੀ ਕਰ ਲੈਂਦੇ ਆ, ਬਸ ਮੈਂ ਰਾਤ ਮਤਲਬ ਸ਼ਾਮ ਨੂੰ ਹੀ ਰੋਟੀ ਬਣਾਉਂਦੀ ਆ, ਸਵੇਰ ਨੂੰ ਭਾਂਡੇ ਧੋਂਦੀ ਬਸ। ਹੁਣ ਗੱਲ ਕੀਤੀ ਜਾਵੇ ਘਰ ਦੇ ਵਿੱਚ ਕੌਣ-ਕੌਣ ਤੁਹਾਡੇ ਨਾਲ ਰਹਿੰਦਾ ਆ, ਕਿਸ ਤਰੀਕੇ ਦਾ ਵਤੀਰਾ ਹੁੰਦਾ? ਕਈ ਵਾਰ ਇੱਕ ਵੱਡਾ ਭਰਾ, ਛੋਟਾ ਭਰਾ ਜਾਂ ਵੱਡੀ ਭੈਣ, ਛੋਟੀ ਭੈਣ ਇਹੋ ਜਿਹੀ ਹੁੰਦੀ ਜਿਹੜੀ ਜਾਂ ਲੱਤ ਖਿੱਚਦੀ ਰਹਿੰਦੀ ਜਾਂ ਬਿਨਾਂ ਮਤਲਬ ਤੋਂ ਜੈਲਸ ਕਰਦੀ ਰਹਿੰਦੇ ਹੈ ਨਾ। ਸੋ ਘਰ ਦੇ ਵਿੱਚ ਐਸਾ ਕੌਣ ਹੈ ਜਿਹੜਾ ਇਸ ਤਰੀਕੇ ਦੇ ਨਾਲ ਤੰਗ ਕਰਦਾ ਹੈ? ਮੇਰਾ ਭਰਾ ਛੋਟਾ ਹੈ ਵੈਸੇ, ਮਤਲਬ ਲੱਗਦਾ ਛੋਟਾ ਪਰ ਹੈ ਵੱਡਿਆਂ ਵਾਂਗੂ ਰਹਿੰਦਾ, ਉਹਦੇ ਨਾਲ ਮੇਰੀ ਲੜਾਈ ਹੁੰਦੀ ਜ਼ਿਆਦਾ। ਮੇਰੀ ਸਿਸਟਰ ਆ ਛੋਟੀ, ਅਸੀਂ ਲੜਦੇ ਆ ਦੋਨੋਂ ਬਹੁਤ। ਫਿਰ ਤੇ ਤੁਸੀਂ ਉਹਨੂੰ ਪੱਕੀ ਗੱਲ ਹੈ ਇੱਕ ਥਰੋ ਦਿੰਦੇ ਹੋਵੋਗੇ। ਹਾਂਜੀ, ਉਹਨੇ ਮੈਂ ਸਟਾਰਟਿੰਗ ਗੇਮ ਸਟਾਰਟ ਕੀਤੀ ਸੀ, ਮੈਂ ਆ ਕੇ ਇਹਦੇ ਤੇ ਟਰਾਈ ਕੀਤੀ ਸੀ, ਇਹਨੇ ਮੈਂ ਬੈੱਡ ਤੇ ਚੱਕ ਕੇ ਮਾਰਿਆ। ਮੇਰਾ ਛੋਟਾ ਬ੍ਰਦਰ ਹੈ, ਉਹ ਮੇਰੇ ਨਾਲ ਬਹੁਤ ਲੜਦਾ ਹੈ। ਮੈਂ ਆਪਣੀ ਸਿਸਟਰ ਨਾਲ ਲੜਦੀ ਹਾਂ, ਮੇਰੀ ਵੱਡੀ ਸਿਸਟਰ ਆ, ਮੈਂ ਉਹਦੇ ਨਾਲ ਲੜਦੀ। ਮੇਰਾ ਬ੍ਰਦਰ ਮੇਰੇ ਨਾਲ ਬਹੁਤ ਫਾਈਟ ਕਰਦਾ ਵਾ, ਛੋਟੀ ਛੋਟੀ ਗੱਲ ਤੋਂ। ਇੱਕ ਮਾੜੀ ਜਿਹੀ ਚਪੇੜ ਮਾਰਾਂਗੇ ਉਹ ਦੋ ਮਾਰਦਾ ਵਾ। ਤੇ ਅੱਜ ਤੱਕ ਇਹ ਵੀ ਚੀਜ਼ ਦੱਸੀ ਜਾਵੇ ਵੀ ਇੱਕ ਪਾਵਰਫੁਲ ਵੂਮਨ ਦਾ ਐਗਜ਼ਾਮਪਲ ਵੀ ਹੋ ਤੁਸੀਂ ਆਪਣੇ ਆਪ ਦੇ ਵਿੱਚ। ਕਿੰਨੀ ਵਾਰ ਐਸਾ ਹੋਇਆ ਕਿ ਕਾਲਜ ਦੇ ਬਾਹਰ ਨਿਕਲ ਕੇ ਜਾਂ ਕਾਲਜ ਪ੍ਰੈਮਿਸਿਸ ਤੋਂ ਅੰਦਰ ਕਿਸੇ ਨੇ ਜਾਂ ਕਿਸੇ ਵੀ ਜਗ੍ਹਾ ਦੇ ਉੱਤੇ ਕਿਸੇ ਮੁੰਡੇ ਨੇ ਛੇੜਖਾਨੀ ਕੀਤੀ ਹੋਵੇ ਤੇ ਉੱਥੇ ਫਿਰ ਅਸੀਂ ਆਪਣੀ ਗੇਮ ਦਾ ਜਲਵਾ ਥੋੜਾ ਜਿਹਾ ਵਿਖਾਇਆ ਹੋਵੇ? ਇੱਦਾਂ ਤਾਂ ਕਦੀ ਕਿਸੇ ਨੇ ਛੇੜਿਆ ਹੀ ਨਹੀਂ, ਅਸੀਂ ਛੇੜਨ ਹੀ ਨਹੀਂ ਦਿੱਤਾ ਕਦੀ, ਇੱਦਾਂ ਅੱਖਾਂ ਕੱਢ ਕੇ ਦੇਖਦੇ ਆ ਪਹਿਲੇ ਹੀ। ਮਤਲਬ ਪ੍ਰੋਪਰ ਇੱਕ ਪੰਜਾਬੀਆਂ ਵਾਲੀ ਤੱਕਣੀ ਕਾਫੀ ਰਹਿੰਦੀ ਹੈ ਜਿਹੜੀ ਅੱਗੇ ਕਿਸੇ ਨੂੰ ਕੋਈ ਐਕਸ਼ਨ ਨਹੀਂ ਮੌਕਾ ਹੀ ਨਹੀਂ ਦਿੰਦੀ। ਮੈਨੂੰ ਤਾਂ ਕੋਈ ਛੇੜਦਾ ਹੀ ਨਹੀਂ, ਇਹ ਆ ਮੁੰਡਾ ਨਾਲ। ਉਹ ਮੈਨੂੰ ਕੋਈ ਕੁਝ ਕਹਿੰਦਾ ਹੀ ਨਹੀਂ। ਮੈਨੂੰ ਜੇ ਕੋਈ ਬੋਲਦਾ ਹੈ ਤਾਂ ਮੈਂ ਤਾਂ ਪਹਿਲਾਂ ਹੀ ਮੂੰਹ ਤੇ ਹੀ ਬੋਲ ਦਿੰਦੀ, ਮੈਂ ਕਿਸੇ ਨੂੰ ਬੋਲਣ ਹੀ ਨਹੀਂ ਦਿੰਦੀ ਆਪਣੇ ਅੱਗੇ। ਮਤਲਬ ਅੱਜ ਤੱਕ ਕਦੀ ਵੀ ਹੱਥੋਂ ਪਾਈ ਤੇ ਗੱਲ ਨਹੀਂ ਪਹੁੰਚੀ ਹੈ ਨਾ। ਹੁਣ ਆਖਰੀ ਤੌਰ ਦੇ ਉੱਤੇ ਮੈਨੂੰ ਇਹ ਦੱਸਿਆ ਜਾਵੇ ਵੀ ਘਰ ਦੇ ਜਿਹੜੇ ਨੇ ਉਹ ਜਦੋਂ ਇਸ ਤਰੀਕੇ ਦੇ ਨਾਲ ਬੂਸਟ ਅਪ ਕਰਦੇ ਨੇ ਉਸ ਤੋਂ ਬਾਅਦ ਇੱਕ ਮੇਜਰ ਪ੍ਰੋਬਲਮ ਹੁੰਦੀ ਹੈ ਪ੍ਰੈਕਟਿਸ ਕਰਨ ਦੀ, ਹੈ ਨਾ। ਕਈ ਵਾਰ ਪੜ੍ਹਾਈ ਦੇ ਕਰਕੇ ਟਾਈਮ ਨਹੀਂ ਮਿਲਦਾ, ਕਈ ਵਾਰ ਪੜ੍ਹਾਈ ਕਰਕੇ ਡਾਈਟ ਪ੍ਰੋਪਰ ਲੈਣ ਦਾ ਟਾਈਮ ਨਹੀਂ ਮਿਲਦਾ, ਕਈ ਵਾਰ ਪ੍ਰੈਕਟਿਸ ਕਰਨ ਕਰਕੇ ਸਾਡੀ ਪੜ੍ਹਾਈ ਰਹਿ ਜਾਂਦੀ ਹੈ। ਇਹਨਾਂ ਸਾਰੀਆਂ ਚੀਜ਼ਾਂ ਨੂੰ ਕੋਲੈਟਿਵਲੀ ਦੇਖਿਆ ਜਾਵੇ ਤੇ ਪੜ੍ਹਾਈ, ਪ੍ਰੈਕਟਿਸ ਤੇ ਡਾਈਟ ਕਿਸ ਤਰੀਕੇ ਨਾਲ ਮੈਨੇਜ ਕਰਦੇ ਹੋ ਤੁਸੀਂ ਤਿੰਨੋਂ? ਇੱਦਾਂ ਤੱਕ ਵੈਸੇ ਤਾਂ ਕਾਫੀ ਕਦੇ ਵਾਰ ਮੁਸ਼ਕਿਲ ਹੋ ਜਾਂਦਾ ਜਦੋਂ ਐਗਜ਼ਾਮ ਹੁੰਦੇ ਆ, ਬਟ ਫਿਰ ਅਸੀਂ ਮਾਰਨਿੰਗ ਜਦੋਂ ਐਗਜ਼ਾਮ ਹੁੰਦੇ ਫਿਰ ਅਸੀਂ ਮਾਰਨਿੰਗ ਨਹੀਂ ਉੱਠਦੇ, ਫਿਰ ਮਾਰਨਿੰਗ ਪ੍ਰੈਕਟਿਸ ਨਹੀਂ ਕਰਦੇ, ਬਟ ਕਦੇ ਕਦੇ ਹੀ ਕਰਦੇ ਕਿਉਂਕਿ ਫਿਰ ਕੋਚ ਵੀ ਆਪ ਹੀ ਮਨਾ ਕਰ ਦਿੰਦੇ ਕਿ ਹੁਣ ਤੁਹਾਡੇ ਐਗਜ਼ਾਮ ਮਤਲਬ ਨੇੜੇ ਆ ਗਏ, ਹੁਣ ਤੁਸੀਂ ਥੋੜਾ ਸਟੱਡੀ ਤੇ ਧਿਆਨ ਦਿਓ। ਬਟ ਫਿਰ ਵੀ ਅਸੀਂ ਸਟੱਡੀ ਦੇ ਨਾਲ ਨਾਲ ਪ੍ਰੈਕਟਿਸ ਆਪਣੀ ਇੱਦੀ ਕੰਟੀਨਿਊ ਹੀ ਰੱਖਦੇ ਹਾਂ। ਤੇ ਡਾਈਟ ਦੇ ਵਿੱਚ ਕੀ ਲੈਂਦੇ? ਡਾਈਟ 'ਚ ਦੁੱਧ, ਐਗ, ਚਿਕਨ ਇੱਦਾਂ ਸਭ ਕੁਝ ਖਾ ਲੈਂਦੇ ਆ, ਬਦਾਮ, ਸਾਰਾ ਕੁਝ। ਤੇ ਪਰਹੇਜ਼ ਦੀ ਗੱਲ ਕੀਤੀ ਜਾਵੇ ਜੇਕਰ, ਕਿਉਂਕਿ ਕੁੜੀਆਂ ਨੂੰ ਸਭ ਤੋਂ ਜ਼ਿਆਦਾ ਪਰਹੇਜ਼ ਰਹਿੰਦਾ ਹੈ ਕਿ ਇੱਕ ਪੂਰੀ ਤਰ੍ਹਾਂ ਫਿੱਟ ਹੈ ਮੇਰੇ ਸਾਹਮਣੇ, ਇੱਕ ਪੂਰੀ ਤਰ੍ਹਾਂ ਫੈਟ ਹੈ ਮੇਰੇ ਸਾਹਮਣੇ ਤੇ ਇੱਕ ਮਿਡਲ ਹੈ ਨਾ। ਤੇ ਜੇਕਰ ਅਸੀਂ ਗੱਲ ਕਰੀਏ ਹੁਣ ਪਰਹੇਜ਼ ਦੀ, ਡਾਈਟ ਦੇ ਵਿੱਚ ਪਰਹੇਜ਼ ਕਿਸ ਤਰ੍ਹਾਂ ਦਾ ਕਰਦੇ ਹੋ ਤੁਸੀਂ ਤਿੰਨੋਂ? ਮੈਂ ਤਾਂ ਵੈਸੇ ਕੁਝ ਵੀ ਖਾ ਲਵਾਂ, ਮੈਂ ਇੱਦਾਂ ਹੀ ਰਹਿੰਦੀ ਹਾਂ। ਮੈਂ ਪਤਲੀ ਰਹਿੰਦੀ, ਮੈਂ ਮੋਟੀ ਹੁੰਦੀ ਨਹੀਂ। ਮੈਂ ਤਾਂ 버ਗਰ, ਪੀਜ਼ਾ ਇਹ ਸਭ ਬੰਦ ਕੀਤੇ ਪਏ ਆ ਹੁਣ। ਨਹੀਂ, ਫਾਸਟ ਫੂਡ ਬੰਦ ਕੀਤਾ ਹੁਣ ਜੀ। ਹੁਣ ਬੰਦ ਕੀਤਾ ਹੈ। ਜੇ ਪਹਿਲਾਂ ਦੀ ਆਪਾਂ ਗੱਲ ਕਰੀਏ ਤੇ ਪਹਿਲਾਂ ਖਾਂਦੇ ਸੀਗੇ ਤੇ ਕਿਸ ਤਰੀਕੇ ਨਾਲ ਬੰਦ ਕੀਤਾ ਹੈ ਤੇ ਕਿਹੜੀ ਡਾਈਟ ਹੁਣ ਆਪਾਂ ਅਪਣਾ ਲਈ? ਓਕੇ, ਮੈਂ ਪਹਿਲਾਂ ਤਾਂ ਖਾ ਲੈਂਦੀ ਹੁੰਦੀ ਸੀ ਵਿੱਚ ਥੋੜਾ ਥੋੜਾ, ਜ਼ਿਆਦਾ ਨਹੀਂ। ਹੁਣ ਮੈਂ ਬਿਲਕੁਲ ਬੰਦ ਕਰ ਦਿੱਤਾ ਵਾ। ਪਹਿਲਾਂ ਹੁਣ ਮੇਰੀ ਡਾਈਟ ਹੈਗੀ ਆ ਐਗ, ਮਾਰਨਿੰਗ ਐਗ, ਦੁੱਧ, ਬਦਾਮ ਹੋ ਗਏ, ਸੈਲਡ, ਤਾਂ ਰੋਟੀ, ਚਪਾਤੀ, ਦਾਲ, ਬਸ ਹੋਰ ਕੁਝ ਨਹੀਂ। ਤੇ ਤੁਸੀਂ ਵੀ ਦੱਸੋ ਵੀ ਤੁਸੀਂ ਇੱਕ ਖਾਂਦੇ ਪੀਂਦੇ ਪੰਜਾਬੀ ਘਰ ਦੇ ਲੱਗਦੇ ਹੋ, ਹੈ ਨਾ। ਤੇ ਕਿਸ ਤਰੀਕੇ ਕਰੋ, ਇਸ ਗੱਲੋਂ ਡਾਂਟ ਪੈਂਦੀ ਹੈ ਕਦੀ ਕਿ ਬੇਟਾ weight ਓਵਰ ਹੋ ਰਿਹਾ ਹੈ, ਤੁਸੀਂ ਗੇਮ ਵੀ ਕਰਨੀ ਹੈ, ਕੋਚ ਕੋਲੋਂ ਡਾਂਟ ਪੈਂਦੀ ਹੈ? ਮੰਮਾ ਤਾਂ ਪੈਂਦੀ, ਮੰਮਾ ਕਹਿੰਦੇ ਤੂੰ ਰੋਜ਼ ਹੀ ਪੀਜ਼ਾ ਖਾਂਦੀ ਰਹਿੰਦੀ ਆ, ਮੋਟੀ ਹੋਈ ਜਾਂਦੀ ਆ, ਪੀਜ਼ਾ ਬੰਦ ਕਰ ਦੇ। ਪਰ ਮੈਂ ਫੇਰ ਵੀ ਬੰਦ ਨਹੀਂ ਕਰਦੀ, ਮੈਂ ਖਾਂਦੀ ਰਹਿੰਦੀ ਆ। ਸੋ ਮਤਲਬ ਇੱਕ ਆਪਣੇ ਆਪ ਦੇ ਵਿੱਚ ਵੱਡੀ ਐਗਜ਼ਾਮਪਲ ਹੈ ਕਿ ਡਾਈਟ ਨੂੰ ਕੰਟਰੋਲ ਨਹੀਂ ਕੀਤਾ ਹੋਇਆ, ਫਿਰ ਵੀ ਉਸੇ ਗੇਮ ਦੇ ਵਿੱਚ ਐਕਸੈਲ ਵੀ ਕੀਤਾ ਹੈ, 골ਡ ਮੈਡਲ ਲੈ ਕੇ ਆਇਆ ਹੈ ਨੈਸ਼ਨਲ ਲੈਵਲ ਦੇ ਉੱਤੇ ਜਾ ਕੇ। ਗੋਆ ਦੇ ਵਿੱਚ ਤੁਹਾਡਾ ਐਕਸਪੀਰੀਅੰਸ ਕਿੱਦਾਂ ਦਾ ਰਿਹਾ? ਉੱਥੇ ਗਏ ਤੁਸੀਂ, ਤੁਹਾਡਾ ਪਹਿਲਾ ਮੈਚ ਸੀਗਾ ਮੇਰੇ ਖਿਆਲ ਨਾਲ ਨੈਸ਼ਨਲੀ, ਹੈ ਨਾ। ਤੇ ਉੱਥੇ ਜਾ ਕੇ ਤੁਹਾਨੂੰ ਕੀ ਕੀ ਫੈਸਿਲਿਟੀਜ਼ ਮਿਲੀਆਂ, ਕਿਸ ਤਰੀਕੇ ਦੇ ਨਾਲ ਤੁਸੀਂ ਉਹ ਸਾਰੀ ਦੁਨੀਆ ਨੂੰ ਦੇਖਿਆ? ਨਵਾਂ ਕਲਚਰ ਸੀਗਾ, ਨਵੀਂ ਸਟੇਟ ਸੀਗੀ, ਨਵੀਂ ਲੈਂਗੁਏਜ ਸੀਗੀ, ਕਿਸ ਤਰੀਕੇ ਨਾਲ ਉਹਨੂੰ ਇੰਜੋਏ ਕੀਤਾ ਜਾਂ ਕਿਹੜੀਆਂ ਚੀਜ਼ਾਂ ਮਾੜੀਆਂ ਲੱਗੀਆਂ ਉੱਥੇ? ਸਭ ਤੋਂ ਪਹਿਲਾਂ ਤੁਸੀਂ ਦੱਸੋ। ਮੈਨੂੰ ਤਾਂ ਬਹੁਤ ਮਜ਼ਾ ਆਇਆ ਉੱਥੇ, ਬਹੁਤ ਵਧੀਆ ਸੀ। ਆਪਾਂ ਨੂੰ ਅਕੋਮੋਡੇਸ਼ਨ ਮਿਲੀ ਸੀਗੀ, ਰਹਿਣ ਨੂੰ, ਖਾਣ ਨੂੰ, ਸਭ ਕੁਝ ਮਿਲਿਆ ਸੀਗਾ। ਤਾਂ ਮਤਲਬ ਵਧੀਆ ਸੀ, ਅਲੱਗ-ਅਲੱਗ ਸਟੇਟ ਤੋਂ ਲੋਕ ਆਏ ਹੋਏ ਸੀਗੇ, ਸਾਨੂੰ ਬਹੁਤ ਵਧੀਆ ਲੱਗਾ ਉਹਨਾਂ ਨਾਲ ਵੀ ਮਿਲ ਕੇ। ਕਾਫੀ ਫਰੈਂਡਸ ਬਣੇ ਅਲੱਗ-ਅਲੱਗ ਦੇ ਸਟੇਟਸ ਦੇ। ਤਾਂ ਉਹਨਾਂ ਸਭ ਫੈਸਿਲਿਟੀ ਬਹੁਤ ਵਧੀਆ ਸੀ ਉਹਨਾਂ ਦੀ ਸਾਰੀ। ਤਾਂ ਮਤਲਬ ਸਾਨੂੰ ਖੇਡ ਕੇ ਵੀ ਵਧੀਆ ਲੱਗਾ ਉੱਥੇ।
ਸਾਨੂੰ ਵੀ ਵਧੀਆ ਹੀ ਲੱਗਾ, ਠੀਕ ਹੀ ਲੱਗਾ। ਕੋਈ ਬੁਲਾਉਂਦਾ ਨਹੀਂ ਸੀ ਉੱਥੇ ਇੰਨਾ, ਕਿਸੇ ਨੂੰ ਬੁਲਾਉਂਦੇ ਸੀ, ਦੇਖਦੇ ਸੀ, ਕੋਈ ਸਮਾਈਲ ਨਹੀਂ ਕਰਦਾ ਸੀ। ਜਿੱਦਾਂ ਕਿ ਪੰਜਾਬ 'ਚ ਹੈ ਨਾ, ਇਦਾਂ ਉੱਥੇ ਕੁਝ ਨਹੀਂ ਆ। ਬੰਦੇ ਨੂੰ ਕਿਸੇ ਨੂੰ ਦੇਖਦੇ, ਕੋਈ ਦੇਖਦਾ ਹੀ ਨਹੀਂ ਕਿਸੇ ਨੂੰ, ਕੋਈ ਕਿਸੇ ਨਾਲ ਮਤਲਬ ਨਹੀਂ ਆ। ਮਤਲਬ ਅਲੱਗ-ਅਲੱਗ ਨੇਚਰ ਸੀ, ਵਧੀਆ ਸੀਗਾ ਕਈਆਂ ਦਾ। ਕੋਈ ਕਿਸੇ ਨਾਲ ਮਤਲਬ ਨਹੀਂ ਰੱਖਦਾ, ਆਪਣੇ ਕੰਮ ਨਾਲ ਹੀ ਕੰਮ ਨਾਲ ਮਤਲਬ ਰੱਖਦਾ ਵਾ। ਤੇ ਤੁਸੀਂ ਵੀ ਦੱਸੋ ਵੀ ਕਿਸ ਤਰੀਕੇ ਦੇ ਨਾਲ, ਜੇਕਰ ਉੱਥੇ ਕੋਈ ਬੁਲਾਉਂਦਾ ਨਹੀਂ ਸੀਗਾ, ਚਲਾਉਂਦਾ ਨਹੀਂ ਸੀਗਾ, ਇੰਟਰਫੇਅਰ ਨਹੀਂ ਕਰਦੇ ਸੀ ਤੁਹਾਡੀ ਲਾਈਫ ਦੇ ਵਿੱਚ, ਉਸ ਚੀਜ਼ ਨੂੰ ਚੰਗਾ ਸਮਝਦੇ ਹੋ ਜਾਂ ਮਾੜਾ? ਚੰਗਾ ਹੀ ਸਮਝਦੇ, ਉਹਨਾਂ ਦੀ ਆਪਣੀ ਲਾਈਫ ਆ, ਆਪਾਂ ਕਿਸੇ ਨੂੰ ਫੋਰਸ ਥੋੜੀ ਕਰ ਸਕਦੇ ਕਿ ਸਾਨੂੰ ਬੁਲਾਓ ਜਾਂ ਸਾਡੇ ਨਾਲ ਗੱਲ ਕਰੋ। ਉਹ ਉਹਨਾਂ ਦੀ ਮਰਜ਼ੀ। ਜਿਹੜਾ ਸਾਨੂੰ ਕੋਈ ਪਿਆਰ ਨਾਲ ਬੁਲਾਉਂਦਾ ਸੀ, ਮਤਲਬ ਸਾਨੂੰ ਬੁਲਾਉਂਦਾ ਸੀ, ਅਸੀਂ ਉਹਨੂੰ ਬੁਲਾਉਂਦੇ ਸੀ। ਜਿਹੜਾ ਨਹੀਂ ਬੁਲਾਉਂਦਾ ਸੀ, ਅਸੀਂ ਨਹੀਂ ਬੁਲਾਉਂਦੇ ਸੀ ਉਹਨਾਂ ਨੂੰ। ਤੇ ਟੋਟਲ ਕੁੱਲ ਮਿਲਾ ਕੇ ਉੱਥੇ ਕਿੰਨੇ ਪਲੇਅਰਸ ਆਏ ਹੋਏ ਸੀਗੇ, ਕਿੰਨੇ ਸਟੇਟਸ ਤੋਂ ਪਲੇਅਰ ਆਏ ਹੋਏ ਸੀਗੇ, ਕਿੰਨੇ ਸਟੇਟਸ ਸੀਗੇ ਜਿਹੜੇ ਉੱਥੇ ਖੇਡਣ ਆਏ ਸੀਗੇ, ਜਿਨ੍ਹਾਂ ਵਿੱਚੋਂ ਅਸੀਂ ਸਭ ਤੋਂ ਟੌਪ ਤੇ ਆਏ ਹਾਂ? ਉੱਥੇ ਕਾਫੀ ਸਟੇਟਸ ਆਏ ਹੋਏ ਸੀ। ਮਹਾਰਾਸ਼ਟਰ ਸੀ, ਕੇਰਲਾ ਸੀ, ਅਸਾਮ ਸੀ, ਰਾਜਸਥਾਨ ਸੀ, ਕਰਨਾਟਕਾ ਸੀ, ਆਪਣਾ ਪੰਜਾਬ ਸੀ, ਹਿਮਾਚਲ ਸੀ। ਕਾਫੀ ਸਟੇਟਸ ਤੋਂ ਆਏ ਹੋਏ ਸੀ ਬੱਚੇ। ਹਰ ਸਟੇਟ ਤੋਂ ਜੇਕਰ ਅਸੀਂ ਕੰਟੈਸਟੈਂਟਸ ਦੀ ਗੱਲ ਕਰੀਏ, ਤੁਸੀਂ ਤਿੰਨੋਂ ਸੇਮ ਕੈਟਾਗਰੀ ਦੇ ਵਿੱਚ ਸੀਗੇ, ਕਿਸ ਤਰੀਕੇ ਦੇ ਨਾਲ ਡਿਫਰੈਂਟ ਸੀਗੇ? ਓਕੇ, ਸਾਡਾ weight ਦਾ ਡਿਫਰੈਂਟ ਸੀਗਾ। ਮੇਰਾ 60 ਤੋਂ ਪਲੱਸ weight ਖੇਡਿਆ, 63 ਖੇਡਿਆ ਸੀ ਮੈਂ। ਤਾਂ ਇਹਨਾਂ ਦੇ ਡਿਫਰੈਂਟ weight ਸੀਗੇ। ਤੁਹਾਡਾ ਕਿਵੇਂ? 50 50 ਤੇ ਮੈਂ 80 'ਚ ਖੇਡੀ ਸੀ। 80 ਚ ਖੇਡਿਆ ਸੀਗਾ। ਹੁਣ ਗੱਲ ਕੀਤੀ ਜਾਵੇ ਮੇਨ ਮੁੱਦੇ ਦੀ, ਕਿ ਅੱਜ ਕੱਲ ਇੱਕ ਤੁਸੀਂ ਆਪਣੇ ਆਪ ਦੇ ਵਿੱਚ ਬਹੁਤ ਛੋਟੀ ਉਮਰ ਦੇ ਵਿੱਚ ਹੀ ਇੱਕ ਬੈਂਚਮਾਰਕ ਸੈੱਟ ਕਰ ਦਿੱਤਾ ਹੈ, ਖਾਸ ਤੌਰ ਤੇ ਜਲੰਧਰ ਨੂੰ ਰੋਸ਼ਨ ਕੇ। ਸੁਣਨ ਨੂੰ ਕਾਫੀ ਮਿਲਦਾ ਆ ਅੱਜ ਕੱਲ ਵੀ, ਹਾਲੇ ਵੀ ਇੱਕ ਐਸੀ ਮੈਂਟੈਲਿਟੀ ਸਾਹਮਣੇ ਜ਼ਰੂਰ ਆਉਂਦੀ ਹੈ ਜਿੱਥੇ ਕੁੜੀਆਂ ਨੂੰ ਮੁੰਡਿਆਂ ਦੇ ਬਰਾਬਰ ਨਹੀਂ ਸਮਝਿਆ ਜਾਂਦਾ। ਤੇ ਦੂਸਰੇ ਪਾਸੇ ਕਿਤੇ ਨਾ ਕਿਤੇ ਐਸੇ ਕੇਸਿਸ ਵੀ ਸੁਣਨ ਨੂੰ ਮਿਲਦੇ ਆ, ਰੇਪ ਕੇਸਿਸ ਹੁੰਦੇ ਆ, ਛੇੜਛਾੜ ਦੇ ਕੇਸਿਸ ਹੁੰਦੇ ਆ, ਈਵ ਟੀਜ਼ਿੰਗ ਹੁੰਦੀ ਹੈ। ਉਸ ਚੀਜ਼ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਤੇ ਉਹਨਾਂ ਲੋਕਾਂ ਦੀ ਮੈਂਟੈਲਿਟੀ ਬਾਰੇ ਤੁਸੀਂ ਕੀ ਕਹੋਗੇ? ਉਹਨਾਂ ਲੋਕਾਂ ਨੂੰ ਕੀ ਮੈਸੇਜ ਦਿਓਗੇ ਜਿਹੜੇ ਇੱਕ ਕੁੜੀ ਨੂੰ ਮੁੰਡੇ ਦੇ ਬਰਾਬਰ ਨਹੀਂ ਸਮਝਦੇ? ਸਭ ਤੋਂ ਪਹਿਲੀ ਗੱਲ, ਅੱਜ ਕੱਲ ਤਾਂ ਸਭ ਇੱਕ ਬਰਾਬਰ ਹੀ ਆ। ਪਹਿਲਾਂ ਤਾਂ ਮਤਲਬ ਲੋਕਾਂ ਦੀ ਸੋਚ ਆ, ਆਪਾਂ ਕਿਸੇ ਸੋਚ ਨੂੰ ਬਦਲ ਨਹੀਂ ਸਕਦੇ, ਬਟ ਇਹ ਆਪਾਂ ਆਪਣੀ ਸੋਚ ਨੂੰ ਵਧੀਆ ਕਰ ਸਕਦੇ ਹਾਂ। ਅੱਜ ਕੱਲ ਕੁੜੀਆਂ ਮੁੰਡਿਆਂ ਤੋਂ ਅੱਗੇ ਜਾ ਰਹੀਆਂ ਵਾ, ਤਾਂ ਕੁੜੀਆਂ ਨੂੰ ਮਤਲਬ ਆਪਣੇ ਆਪ ਨੂੰ ਇੰਨਾ ਸਟਰੋਂਗ ਬਣਾਉਣਾ ਚਾਹੀਦਾ ਕਿ ਕੋਈ ਉਹਨਾਂ ਨੂੰ ਛੇੜੇ ਤਾਂ ਉਹਨਾਂ ਨੂੰ ਇਹ ਨਹੀਂ ਆ ਕਿ ਡਰ ਕੇ ਤਾਂ ਬਹਿ ਜਾਣ। ਆਪਣੇ ਆਪ ਨੂੰ ਇੰਨਾ ਕੁ ਸਟਰੋਂਗ ਕਰੋ ਕਿ ਕੋਈ ਕੁਛ ਕਹਿੰਦਾ ਵਾ ਤਾਂ ਉਹਨੇ ਅੱਗੇ ਜਾ ਕੇ ਲੜੋ। ਤੁਸੀਂ ਇਹ ਨਹੀਂ ਆ ਕਿ ਬਿਲਕੁਲ ਹੀ ਤੁਸੀਂ ਪਾਗਲਾਂ ਵਾਂਗੂ ਬਸ ਖੜੇ ਰਹੋ, ਕੁਛ ਵੀ ਸਹਿ ਲਓ ਉਹਨਾਂ ਦਾ। ਇੰਦਾ ਨਹੀਂ। ਤਾਂ ਪੇਰੈਂਟਸ ਨੂੰ ਵੀ ਉਹਨਾਂ ਨੂੰ ਸਪੋਰਟ ਕਰਨਾ ਚਾਹੀਦਾ ਵਾ। ਜੇ ਇਸ ਗੱਲ ਤੇ ਆ ਨਾ ਕਿ ਉਹਨਾਂ ਨੂੰ ਕੋਈ ਛੇੜਦਾ ਵਾ ਤਾਂ ਪੇਰੈਂਟਸ ਵੀ ਕਈ ਕਹਿ ਦਿੰਦੇ ਆ ਕਿ ਨਾ ਬਾਹਰ ਨਾ ਦੱਸੀ, ਸਾਡੀ ਇੱਜ਼ਤ ਦਾ ਸਵਾਲ ਆ। ਤਾਂ ਉਹਨਾਂ ਨੂੰ ਵੀ ਉਹਨਾਂ ਦੇ ਨਾਲ ਖੜੇ ਰਹਿਣਾ ਚਾਹੀਦਾ। ਸਭ ਤੋਂ ਮੇਨ ਹੁੰਦਾ ਕਿ ਪੇਰੈਂਟਸ ਦਾ ਸਪੋਰਟ ਹੋਣਾ ਚਾਹੀਦਾ ਕੁੜੀਆਂ ਨੂੰ। ਤਾਂ ਮਤਲਬ ਅੱਜ ਕੱਲ ਤਾਂ ਵੈਸੇ ਕੋਈ ਫਰਕ ਨਹੀਂ ਆ ਕੁੜੀਆਂ ਮੁੰਡਿਆਂ 'ਚ, ਇਹ ਤਾਂ ਆਪਣੀ ਆਪਣੀ ਸੋਚ ਆ। ਬਟ ਕੁੜੀਆਂ ਨੂੰ ਹਮੇਸ਼ਾ ਸਟਰੋਂਗ ਰਹਿਣਾ ਚਾਹੀਦਾ, ਤਾਂ ਸੈਲਫ ਡਿਫੈਂਸ ਸਿੱਖਣਾ ਚਾਹੀਦਾ। ਕੁੜੀਆਂ ਇਹੀ ਹੈ, ਜਦੋਂ ਕੋਈ ਗੱਲ ਹੁੰਦੀ ਹੈ ਡਰ ਜਾਂਦੀਆਂ, ਸਹਿਮ ਜਾਂਦੀਆਂ। ਕੋਈ ਸਾਡੇ ਪੇਰੈਂਟਸ ਬੋਲਣਗੇ, ਸਾਡੇ ਕੋਈ ਹੋਰ ਬੋਲੇਗਾ, ਇਸ ਲਈ ਉਹਨਾਂ ਨੂੰ ਡਰਨਾ ਨਹੀਂ ਚਾਹੀਦਾ। ਉਹਨਾਂ ਦਾ ਡਟ ਕੇ ਮੁਕਾਬਲਾ ਕਰਨਾ ਚਾਹੀਦਾ। ਆਪਣੇ ਆਪ 'ਚ ਇੰਨਾ ਹੋਣਾ ਚਾਹੀਦਾ ਵੀ ਅਸੀਂ ਉਸ ਨਾਲ ਲੜ ਸਕਦੇ ਹਾਂ, ਕੌਨਫੀਡੈਂਸ ਹੋਣਾ ਚਾਹੀਦਾ ਵਾ। ਬਸ ਮੈਂ ਤਾਂ ਇਹੀ ਕਹਾਂਗੀ। ਤੇ ਤੁਸੀਂ ਕੀ ਕਹੋਗੇ? ਇਹਨਾਂ ਨੇ ਗੱਲ ਕੀਤੀ ਉਹਨਾਂ ਲੋਕਾਂ ਦੀ ਜਿਹੜੇ ਆਊਟ ਆਫ ਦ ਹਾਊਸ ਰਹਿੰਦੇ ਆ, ਹੈ ਨਾ, ਜਿਹੜੇ ਬਾਹਰਲੀ ਦੁਨੀਆ ਨਾਲ ਵਿਚਰਨ ਵੇਲੇ ਸਾਨੂੰ ਟੱਕਰਦੇ ਆ। ਕਈ ਵਾਰ ਘਰ ਦੇ ਵਿੱਚ ਐਸੇ ਰਿਸ਼ਤੇਦਾਰ ਜਾਂ ਕਿਸੇ ਘਰ ਦੇ ਮੈਂਬਰ ਦੀ ਐਸੀ ਸੋਚ ਹੁੰਦੀ ਹੈ ਜਿਹੜੇ ਕਿਤੇ ਨਾ ਕਿਤੇ ਪੁੱਲ ਬੈਕ ਕਰਦੇ ਰਹਿੰਦੇ ਆ। ਉਹਨਾਂ ਲਈ ਕੀ ਮੈਸੇਜ ਦਿਓਗੇ ਤੁਸੀਂ? ਕਿ ਮਤਲਬ ਕਿ ਕੁੜੀਆਂ ਤੇ ਮੁੰਡਿਆਂ ਨੂੰ ਬਰਾਬਰ ਸਮਝਣਾ ਚਾਹੀਦਾ, ਕਿਉਂਕਿ ਅੱਜ ਕੱਲ ਕੋਈ ਵੀ ਇਦਾਂ ਦੀ ਨਹੀਂ, ਕੁੜੀਆਂ ਨਾਲੇ ਮੁੰਡਿਆਂ ਨਾਲੋਂ ਬਿਲਕੁਲ ਸਹੀ ਆ, ਹਰ ਫੀਲਡ 'ਚ ਅੱਗੇ ਆ। ਇਸ ਲਈ ਕੁੜੀਆਂ ਨੂੰ ਅੱਗੇ ਵਧਣ ਦੇਣਾ ਚਾਹੀਦਾ ਆ। ਉਹਨਾਂ ਨੂੰ ਮਤਲਬ ਪੁਰਾਣੀ ਸੋਚ, ਮਤਲਬ ਪੁਰਾਣੇ ਜ਼ਮਾਨੇ ਨੂੰ ਭੁੱਲ ਕੇ ਮਤਲਬ ਅੱਗੇ ਵਧਣਾ ਚਾਹੀਦਾ, ਕਿਉਂਕਿ ਅੱਜ ਕੱਲ ਉਹ ਪੁਰਾਣੇ ਵਾਲਾ ਸਮਾਂ ਤਾਂ ਰਿਹਾ ਨਹੀਂ। ਅੱਜ ਕੱਲ ਸਾਰੇ ਲੋਕੀ ਅੱਗੇ ਵਧ ਰਹੇ ਆ, ਤੇ ਉਹਨਾਂ ਨੂੰ ਮੈਂ ਇਹੀ ਕਹੂੰਗੀ ਕਿ ਪੁਰਾਣੇ ਰੀਤੀ ਰਿਵਾਜ ਛੱਡ ਕੇ ਸਾਨੂੰ ਮਤਲਬ ਕੁੜੀਆਂ ਨੂੰ ਮੁੰਡਿਆਂ ਦੇ ਬਰਾਬਰ ਹੀ ਸਮਝਣਾ ਚਾਹੀਦਾ ਹੈ। ਤੇ ਇਸੇ ਮਾਹੌਲ ਨੂੰ ਥੋੜਾ ਜਿਹਾ ਹਲਕਾ ਕਰਕੇ ਆਪਾਂ ਫਿਰ ਖਤਮ ਕਰਦੇ ਹਾਂ ਕਿ ਆਖਰੀ ਤੌਰ ਤੇ ਦੱਸਿਆ ਜਾਵੇ ਕਿ ਤਿੰਨੋਂ ਕੁੜੀਆਂ, ਹੈ ਨਾ, ਜੇਕਰ ਸੈਂਬੋ ਦੇ ਵਿੱਚ ਨਾ ਆਉਂਦੀਆਂ, ਅੱਜ ਬਚਪਨ ਦੇ ਵਿੱਚ ਇਹ ਡਿਸੀਜਨ ਨਾ ਲਿੱਤਾ ਗਿਆ ਹੁੰਦਾ ਜਾਂ ਕਾਲਜ ਟਾਈਮ ਤੇ ਇਹ ਡਿਸੀਜਨ ਨਾ ਲਿੱਤਾ ਗਿਆ ਹੁੰਦਾ ਕਿ ਅਸੀਂ ਸੈਂਬੋ ਖੇਡਣਾ ਇੱਕ ਵਾਰ, ਹੈ ਨਾ, ਭਾਵੇਂ ਪੜ੍ਹਾਈ ਤੋਂ ਬਚਣ ਲਈ, ਹੈ ਨਾ, ਭਾਵੇਂ ਆਪਣੀਆਂ ਫ੍ਰੀ ਅਟੈਂਡੈਂਸ ਲਵਾਉਣ ਲਈ, ਫਿਰ ਕਿਹੜੇ ਪਾਸੇ ਐਕਸੈਲ ਜ਼ਿਆਦਾ ਕਰਦੀਆਂ? ਕੀ ਉਹ ਪੜ੍ਹਾਈ ਹੁੰਦੀ, ਕੀ ਉਹ ਕੋਈ ਹੋਰ ਸਟਰੀਮ ਹੁੰਦੀ, ਕੀ ਉਹ ਕੋਈ ਹੋਰ ਸਪੋਰਟਸ ਹੁੰਦੀ? ਮੈਂ ਬਾਸਕਟਬਾਲ ਮੈਨੂੰ ਬਹੁਤ ਪਸੰਦ ਸੀ ਸਟਾਰਟਿੰਗ ਤੋਂ ਹੀ। ਮੈਂ ਪਹਿਲਾਂ ਖੇਡਣਾ ਸਟਾਰਟ ਕੀਤਾ ਸੀ ਬਾਸਕਟਬਾਲ, ਬਟ ਫਿਰ ਮੈਂ ਵਿੱਚ ਛੱਡ ਦਿੱਤਾ। ਮੇਰੇ ਐਗਜ਼ਾਮ ਆ ਗਏ ਸੀ ਬੋਰਡ ਦੇ +2 ਦੇ। ਫਿਰ ਉਸ ਤੋਂ ਬਾਅਦ ਮੈਂ ਕਾਲਜ ਹੋ ਗਿਆ, ਤਾਂ ਕਾਲਜ ਦੇ ਵਿੱਚ ਫਿਰ ਮੈਂ ਜੂਡੋ ਕਰ ਲਈ। ਫਿਰ ਉੱਤੇ ਬਾਸਕਟਬਾਲ ਨਹੀਂ ਸੀ, ਫਿਰ ਇਸ ਲਈ ਮੈਂ ਜੂਡੋ ਕਰ ਲਈ। ਤੇ ਤੁਸੀਂ ਵੀ ਦੱਸੋ ਬੱਚੇ ਕਿ ਕਿਸ ਤਰੀਕੇ ਦੇ ਨਾਲ ਤੁਹਾਡਾ, ਜੇਕਰ ਇਹ ਇੰਟਰਸਟ ਸੈਂਬੋ ਵਾਲੇ ਪਾਸੇ ਨਾ ਬਣਿਆ ਹੁੰਦਾ ਜਾਂ ਘਰਦਿਆਂ ਨੇ ਇੱਧਰ ਪੁਸ਼ ਨਾ ਕੀਤਾ ਹੁੰਦਾ,
ਤੇ ਕਿਹੜੇ ਐਸੇ ਹੋਰ ਸ਼ੌਂਕ ਨੇ ਜਿਹੜੇ ਆਪਾਂ ਪਗਾਉਣਾ ਚਾਹੁੰਦੇ ਸੀਗੇ ਜਾਂ ਉਹਨਾਂ ਵਿੱਚ ਐਕਸਲ ਕਰਨਾ ਚਾਹੁੰਦੇ ਸੀ? ਮੈਂ ਡਾਂਸਿੰਗ 'ਚ ਜਾਂਦੀ ਫਿਰ। ਵੈਸੇ ਤਾਂ ਮੈਨੂੰ ਗੇਮ ਹੀ ਪਸੰਦ ਸੀਗੀ, ਮੈਂ ਸਪੋਰਟਸ 'ਚ ਸਹੀ ਹਾਂ। ਜੇ ਸਪੋਰਟਸ 'ਚ ਮੈਂ ਨਾ ਜਾਂਦੀ ਤਾਂ ਫਿਰ ਮੈਂ ਡਾਂਸਿੰਗ ਕਰਨੀ ਸੀ। ਡਾਂਸ ਕੋਈ ਵੀ ਡਾਂਸ ਜਿਹੜਾ ਹੀ ਚੱਲ ਜਾਂਦੇ। ਮਤਲਬ ਭੰਗੜਾ ਜਾਂ ਕੱਥਕ ਜਾਂ ਦੋਨਾਂ ਨੂੰ ਮੈਚ ਕਰਕੇ ਵੀ ਜਿਹੜਾ ਡੀਜੇ ਤੇ ਪੈ ਜਾਂਦਾ ਉਹ ਵੀ ਚੱਲੇਗਾ? ਜੀ ਮਿਕਸ ਸਾਰਾ ਹੀ ਆਉਣਾ ਚਾਹੀਦਾ ਸੀ। ਸੋ ਆਖਰੀ ਤੌਰ ਤੇ ਤੁਸੀਂ ਵੀ ਦੱਸੋ ਵੀ ਜੇਕਰ ਸੈਂਬੋ ਨਹੀਂ ਤਾਂ ਫਿਰ ਕੀ? ਮੈਨੂੰ ਨਾ ਸ਼ੁਰੂ ਤੋਂ ਹੀ ਮਤਲਬ ਮੇਰਾ ਸੁਪਨਾ ਕਿ ਮੈਂ ਪੰਜਾਬ ਪੁਲਿਸ 'ਚ ਜਾਵਾਂ, ਬਟ ਜੇ ਇਦਾਂ ਮਤਲਬ ਹੁਣ ਮੈਂ ਨਾ ਗੇਮ ਕਰਦੀ ਉਹ ਤਾਂ ਮੈਂ ਪੁਲਿਸ ਤਾਂ ਜਾਣਾ ਹੀ ਜਾਣਾ ਹੈ, ਬਟ ਜੇ ਗੇਮ ਨਾ ਹੁੰਦੀ ਫਿਰ ਮੈਨੂੰ ਸ਼ੌਂਕ ਆ ਇਦਾਂ ਗਿੱਧਾ, ਡਾਂਸ, ਮਾਡਲਿੰਗ, ਇਦਾਂ ਦਾ ਸ਼ੌਂਕ ਹੈ ਕਿ ਇਦਾਂ ਦੀਆਂ ਚੀਜ਼ਾਂ ਕਰਾਂ। ਤੇ ਪ੍ਰੈਕਟਿਸ ਸ਼ਡਿਊਲ ਆਪਾਂ ਦੱਸਣਾ ਭੁੱਲ ਗਏ ਵੀ ਪ੍ਰੈਕਟਿਸ ਸ਼ਡਿਊਲ ਸਾਡਾ ਕੀ ਰਹਿੰਦਾ ਹੈ। ਸਵੇਰੇ ਉੱਠ ਕੇ ਅਸੀਂ ਪ੍ਰੈਕਟਿਸ ਸ਼ਡਿਊਲ ਕਿਸ ਤਰੀਕੇ ਨਾਲ ਕਰਦੇ ਹਾਂ, ਕੀ ਸ਼ਡਿਊਲ ਬਣਦਾ ਹੈ, ਰਨਿੰਗ ਦਾ ਕੀ ਸ਼ਡਿਊਲ ਹੁੰਦਾ ਹੈ, ਵੇਟਸ ਦਾ ਕੀ ਸ਼ਡਿਊਲ ਹੁੰਦਾ ਹੈ, ਪ੍ਰੈਕਟਿਸ ਦਾ ਕੀ ਸ਼ਡਿਊਲ ਹੁੰਦਾ ਹੈ ਗੇਮ ਦਾ, ਉਹ ਵੀ ਇੱਕ ਵਾਰ ਜ਼ਰੂਰ ਬਰੀਫ ਕੌਣ ਕਰੇਗਾ ਤੁਹਾਡੇ ਵਿੱਚੋਂ? ਅਸੀਂ ਸਵੇਰੇ ਮਾਰਨਿੰਗ 6 o'clock ਅਸੀਂ ਸ਼ਾਮ ਉੱਥੇ ਜਾਂਦੇ ਹਾਂ ਪ੍ਰੈਕਟਿਸ ਤੇ। ਫਿਰ ਅਸੀਂ ਗੁਰੂ ਗੋਬਿੰਦ ਸਿੰਘ ਸਟੇਡੀਅਮ ਅਸੀਂ ਉੱਥੇ ਜਾਂਦੇ ਹਾਂ। ਫਿਰ ਅਸੀਂ 8:30 ਵਜੇ ਤੱਕ ਵਾਪਸ ਆ ਜਾਂਦੇ ਹਾਂ। ਤਾਂ ਸਾਡੀ ਪੂਰੀ ਫਿਟਨੈਸ ਹੁੰਦੀ ਸਾਡੀ। ਫਿਰ ਸਾਡੀ ਰਨਿੰਗ ਹੁੰਦੀ ਆ, ਐਕਸਰਸਾਈਜ਼ ਸਭ ਹੁੰਦੇ ਆ। ਰਨਿੰਗ ਵਗੈਰਾ ਹੋ ਗਈ, ਫਿਟਨੈਸ ਹੋ ਗਈ, ਮਸਲਸ ਬਣਾਉਂਦੇ ਆ, ਜਿਹੜੇ ਫੈਟ ਆ ਉਹਨੂੰ ਮਸਲ ਦੇ ਵਿੱਚ ਕਨਵਰਟ ਕਰ ਦਈਦਾ। ਤਾਂ ਥੋੜਾ ਵੇਟ ਜਿਮ ਜੀ ਕਰੀਦਾ ਸੀਗਾ। ਜਿਮ ਹੁਣ ਕੋਵਿਡ ਆ ਗਿਆ ਹੈ, ਕੋਵਿਡ ਕਰਕੇ ਸਾਰਾ ਬੰਦ ਕਰ ਦਿੱਤਾ ਹੈ। ਹੁਣ ਅਸੀਂ ਆਪਣੀ ਸਰ ਨਾਲ ਉੱਥੇ ਜਾਂਦੇ ਆ ਗੁਰੂ ਗੋਬਿੰਦ ਸਿੰਘ ਸਟੇਡੀਅਮ, ਉੱਥੇ ਪ੍ਰੈਕਟਿਸ ਕਰੀਦੀ ਹੈ। ਕਿਹੜੀ ਸਭ ਤੋਂ ਜ਼ਿਆਦਾ ਪ੍ਰੈਕਟਿਸ ਦੀ ਫੇਵਰੇਟ ਜਿਹੜੀ ਕਹਿ ਲਓ ਵੀ ਇੱਕ ਪਾਰਟ ਹੁੰਦਾ ਪ੍ਰੈਕਟਿਸ ਦਾ, ਉਹ ਕਿਹੜਾ ਰਹਿੰਦਾ? ਰਨਿੰਗ, ਵੇਟ ਟ੍ਰੇਨਿੰਗ, ਪ੍ਰੈਕਟਿਸ ਸੈਸ਼ਨ ਜਿਹੜਾ ਹੁੰਦਾ ਆ ਉਹ, ਜਾਂ ਕਿਹੜਾ ਪਾਰਟ ਹੈ? ਫਾਈਟਸ ਰਨਿੰਗ ਫਾਈਟਸ। ਸੋ ਇਹ ਸੀਗੀਆਂ ਉਹ ਕੁੜੀਆਂ ਜਿਨ੍ਹਾਂ ਨੇ ਜਲੰਧਰ ਨੂੰ ਰੋਸ਼ਨਾਇਆ ਹੈ, ਨਾ ਸਿਰਫ ਇੱਕ ਪੰਜਾਬ ਪੱਧਰ ਦੇ ਉੱਤੇ ਬਲਕਿ ਇੰਡੀਆ ਲੈਵਲ ਦੇ ਉੱਤੇ ਲੈ ਕੇ ਗਈਆਂ ਨੇ ਤੇ ਉੱਥੋਂ ਗੋਆ ਜਾ ਕੇ ਇੱਕ ਨੈਸ਼ਨਲ ਲੈਵਲ ਗੇਮ ਦੇ ਵਿੱਚ ਆਪਣੇ ਆਪ ਦੇ ਵਿੱਚ ਇੱਕ ਬੈਂਚਮਾਰਕ ਸੈੱਟ ਕੀਤਾ ਹੈ ਕਿ 골ਡ ਮੈਡਲ ਵਾਪਸ ਲੈ ਕੇ ਆਈਆਂ ਨੇ ਜਲੰਧਰ ਦੇ ਵਿੱਚ। ਤੇ ਇਸੇ ਚੀਜ਼ ਨੂੰ ਕੰਟੀਨਿਊ ਕਰਦਿਆਂ ਹੋਇਆਂ ਹੁਣ ਦੇਖਣ ਵਾਲੀ ਗੱਲ ਇਹ ਰਹੇਗੀ ਕਿ ਸਰਕਾਰ ਇਸ ਗੇਮ ਨੂੰ ਅੱਗੇ ਕਿਸ ਤਰੀਕੇ ਦੇ ਨਾਲ ਵਧਾਉਂਦੀ ਹੈ ਤੇ ਇਹਨਾਂ ਨੂੰ ਕਿਹੜੀਆਂ ਚੀਜ਼ਾਂ ਜਿਹੜੀਆਂ ਨੇ ਉਹ ਅੱਗੇ ਪ੍ਰੋਵਾਈਡ ਕਰਾਏਗੀ ਆਉਣ ਵਾਲੇ ਟਾਈਮ ਦੇ ਵਿੱਚ, ਤੇ ਕਿਸ ਤਰੀਕੇ ਦੇ ਨਾਲ ਇਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਡਾਈਟਸ ਜਾਂ ਐਕਸਰਸਾਈਜ਼ ਸ਼ਡਿਊਲਸ ਪ੍ਰੋਵਾਈਡ ਕਰਾਏ ਜਾਣਗੇ ਗਵਰਨਮੈਂਟ ਤੌਰ ਦੇ ਉੱਤੇ। ਕੈਮਰਾਮੈਨ ਜਤਿਨ ਦੇ ਨਾਲ ਮਨਰਾਜਦੀਪ ਚੱਠਾ, ਜਲੰਧਰ। ਦੇਖਦੇ ਰਹੋ ਦੈਨਿਕ ਸਵੇਰਾ ਟੀਵੀ। ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद, पंडित, मौलवी, बेगम, तांत्रिक, इन्हां चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री मियां रफीक मोहम्मद। मोबाइल 84 374 94 647 84 374 94 648। पंडित राधे शर्मा, चमत्कार ਹੁੰਦੇ ਵੇਖੋ ਆਪਣੀਆਂ ਅੱਖਾਂ ਦੇ ਸਾਹਮਣੇ। 24 ਘੰਟੇ ਵਿੱਚ ਪਾਓ ਹਰ ਪਰੇਸ਼ਾਨੀ ਦਾ ਹੱਲ। ਮੁਸਲਮਾਨੀ, ਰੂਹਾਨੀ ਅਤੇ ਕਾਲੇ ਇਲਮ ਦੇ ਬਾਦਸ਼ਾਹ, ਮੇਰੇ ਕੀਤੇ ਨੂੰ ਮੇਰੇ ਤੋਂ ਇਲਾਵਾ ਕੋਈ ਕੱਟ ਨਹੀਂ ਸਕਦਾ। ਮੋੜੀ ਵਸ਼ੀਕਰਨ ਕਰਵਾਓ, ਮਨਚਾਹਾ ਪਿਆਰ ਪਾਓ, ਲਵ ਮੈਰਿਜ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਜ਼ਮੀਨੀ ਝਗੜਾ, ਨੌਕਰੀ, ਕਾਰੋਬਾਰ ਚ ਰੁਕਾਵਟ, ਵਿਦੇਸ਼ ਯਾਤਰਾ, ਲੋਟਰੀ ਤੋਂ ਤੁਹਾਨੂੰ ਮਿਲੇਗਾ ਜਾਂ ਨਹੀਂ, ਸੱਚਾਈ ਜਾਣੋ। ਲੋਟਰੀ ਨੰਬਰ ਪਾਓ 649 ਹੋਵੇ ਜਾਂ ਲੋਟੋ ਮੈਕਸ, ਤੁਹਾਡੀ ਹਰ ਗੱਲ 100% ਗੁਪਤ ਰੱਖੀ ਜਾਵੇਗੀ। ਪਿਆਰ ਵਿੱਚ ਧੋਖਾ ਖਾਏ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਮਿਲੋ, ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ। ਮੋਬਾਈਲ 98 768 045 80 85 588 38 617।